तो ਆਪਾਂ चलते हैं जी अगले शब्द वाल। अगला शब्द है अपने वीर सर अवतार सिंह जी बीड़ साहब सर्कल वाले। इन्होंने कहा जी भी ਜਿਹੜਾ ਵਾਹ ਲਫ਼ਜ਼ ਹੈ ਵਵੇ ਨੂੰ ਕੰਨਾ ਹਾਹੇ ਨੂੰ ਅੰਕੜ, ਵਵੇ ਨੂੰ ਕੰਨਾ ਹਾਹੇ ਨੂੰ ਸਿਹਾਰੀ, ਵਵੇ ਨੂੰ ਕੰਨਾ ਹਾਹਾ ਮੁਕਤਾ, ਤਿੰਨੇ ਤਰ੍ਹਾਂ ਨਾਲ ਸਾਨੂੰ ਮਿਲਦਾ। ਤੇ ਇਹਦਾ ਉਚਾਰਨ ਕੀ ਕਰਨਾ ਹੈ? ਦੂਸਰਾ ਉਹ ਪੁੱਛ ਰਹੇ ਨੇ ਕਿ ਵਾਹਿਗੁਰੂ ਜਾਂ ਵਾਹਿਗੁਰੂ ਆਪਾਂ ਕਿਸ ਤਰ੍ਹਾਂ ਬੁਲਾਣਾ, ਵਾਹਿਗੁਰੂ ਜਾਂ ਵਾਹਿਗੁਰੂ। तो ਇਹਦੇ ਬਾਰੇ ਸਾਹਿਬ ਮਨਮੋਹਨ ਸਿੰਘ ਜੀ ਪੁੰਛ ਸਰਕਲ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਸਪਸ਼ਟ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਵਾਲ ਵੀਰ ਜੀ ਨੇ ਕੀਤਾ ਹੈ, ਇਹਨਾਂ ਸਰੂਪਾਂ ਦੇ ਅੰਦਰ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਇਹ ਸ਼ਬਦ ਸਾਨੂੰ ਲੱਭ ਰਿਹਾ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਜੋ ਸ਼ਬਦ ਹੈ, ਇਹ ਅੱਖਰ ਜੋ ਹੈ, ਇਹ ਸਾਨੂੰ ਇਹਨਾਂ ਸਰੂਪਾਂ ਦੇ ਅੰਦਰ ਮਿਲ ਰਿਹਾ ਹੈ। ਜਿਸ ਤਰ੍ਹਾਂ ਕਿ ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਫਿਰ ਵਾਹਿਗੁਰੂ 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 ਵਾਹਿ ਜੀਓ, ਜਦੋਂ ਹਾਏ ਨੂੰ ਸਿਆਰੀ ਦੇ ਨਾਲ ਵੀ ਹੈ। ਹੁਣ ਜਦੋਂ ਅਸੀਂ ਧਿਆਨ ਤਾਂ ਇਹ ਦੋ ਸਰੂਪਾਂ ਦੇ ਅੰਦਰ ਲਿਖਿਆ ਵੀ ਮਿਲਦਾ, ਤਿੰਨਾਂ ਸਰੂਪਾਂ ਦੇ ਅੰਦਰ, ਤੇ ਦੋਵਾਂ ਦੇ ਅੰਦਰ ਪ੍ਰਚਲਿਤ ਬੋਲਾਂ ਵਿੱਚ ਵੀ ਲੱਗਦਾ। ਜਦੋਂ ਇਸ ਅੱਖਰ ਨੂੰ ਅਸੀਂ ਦੇਖਦੇ ਹਾਂ ਤਾਂ ਇਹ ਵਾਹ ਤੇ ਗੁਰੂ ਦੋ ਅਲੱਗ-ਅਲੱਗ ਅੱਖਰ ਨੇ। ਵਾਹ ਲਫ਼ਜ਼ ਜਿਹੜਾ ਹੈ ਇਹ ਫਾਰਸੀ ਦਾ ਅੱਖਰ ਹੈ, ਤੇ ਇਸ ਨੂੰ ਜਦੋਂ ਫਾਰਸੀ ਤੋਂ ਉਰਦੂ ਦੇ ਵਿੱਚ ਅਸੀਂ ਇਸ ਦਾ ਤਰਜਮਾ ਦੇਖਦੇ ਹਾਂ ਤੇ ਉਸ ਤੋਂ ਮਤਲਬ ਜਿਹੜਾ ਉਹਨਾਂ ਨੇ ਕੀਤਾ ਉਹ ਹੈ ਕਿ ਬਹੁਤ ਜ਼ਿਆਦਾ ਤਾਰੀਫ ਦੇ ਕਾਬਿਲ, ਬਹੁਤ ਜ਼ਿਆਦਾ ਤਾਰੀਫ ਦੇ ਕਾਬਿਲ। ਤੇ ਜਦੋਂ ਜਿਹੜਾ ਦੂਜਾ ਅੱਖਰ ਹੈ ਉਹ ਗੁਰੂ, ਉਸ ਨੂੰ ਸੰਸਕ੍ਰਿਤ ਦਾ ਅੱਖਰ ਮੰਨਿਆ ਗਿਆ। ਉਹਦੇ ਵੀ ਸਾਨੂੰ ਸਪਸ਼ਟ ਜਿਹੜੇ ਨੇ ਮਤਲਬ ਪਤਾ ਹੈ ਕਿ ਭਈ ਜਿਹੜਾ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਵਾਲਾ ਹੈ, ਅੰਧੇਰੇ ਨੂੰ ਖਾ ਜਾਣ ਵਾਲਾ ਹੈ। ਗੋ ਤੇ ਰੂ ਦੋ ਅੱਖਰ ਜੁੜ ਕੇ ਗੁਰੂ ਲਫ਼ਜ਼ ਬਣਿਆ। ਹੁਣ ਜਦੋਂ ਇਸ ਵਾਹ ਸ਼ਬਦ ਨੂੰ ਅਸੀਂ ਹਿੰਦੀ ਵਿੱਚ ਤੇ ਉਰਦੂ ਵਿੱਚ ਦੇਖਦੇ ਹਾਂ, ਦੋਵਾਂ ਥਾਵਾਂ ਦੇ ਉੱਤੇ ਵਾਹ ਹੀ ਲਿਖਿਆ ਲੱਭਦਾ। ਤੇ ਹਿੰਦੀ ਵਿੱਚ ਵੀ ਇਸ ਦਾ ਜਿਹੜਾ ਮਤਲਬ ਦੱਸਿਆ ਜਾਂਦਾ ਹੈ, ਟ੍ਰਾਂਸਲੇਸ਼ਨ ਹੈ, ਉਸ ਦਾ ਮਤਲਬ ਹੈ ਪ੍ਰਸ਼ੰਸਾ ਸੂਚਕ ਸ਼ਬਦ, ਉੱਚ ਪ੍ਰਸ਼ੰਸਾ, ਤਾਲੀ ਵਜਾ ਕੇ ਕਿਸੇ ਦੀ ਤਾਰੀਫ ਕਰਨਾ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨਕੋਸ਼ ਪੰਨਾ 1087 ਦੇ ਉੱਤੇ ਇਹ ਜਿਹੜਾ ਸ਼ਬਦ ਹੈ ਇਸ ਦੀ ਵਿਆਖਿਆ ਕਰਦੇ ਹਨ। ਜੋ ਮਨ ਬੁੱਧ ਤੋਂ ਪਰੇ ਸਭ ਤੋਂ ਵੱਡਾ ਪਾਰਬ੍ਰਹਮ ਧੰਤਾ ਯੋਗ ਕਰਤਾਰ, ਜਿਸ ਨੇ ਸੰਸਾਰਕ ਖੇਲ ਦੀ ਰਚਨਾ ਕੀਤੀ ਹੈ। ਵਾਹ ਅਚਰਜ ਰੂਪ, ਗੋ ਅੰਧਕਾਰ, ਰੂ ਪ੍ਰਕਾਸ਼ ਕਰਨ ਵਾਲਾ। ਗੁਰੂ ਗ੍ਰੰਥ ਸੰਕੇਤ ਕੋਸ਼ ਤੇ ਲਿਖਾਰੀ ਪਿਆਰਾ ਸਿੰਘ ਜੀ ਪਦਮ ਵੀ ਬਿਲਕੁਲ ਇਹੋ ਅਰਥ ਕਰ ਰਹੇ ਨੇ। ਉਸ ਤੋਂ ਬਾਅਦ ਜਦੋਂ ਅਸੀਂ ਭਾਈ ਸੰਤੋਖ ਸਿੰਘ ਜੀ ਦੇ ਨਾਨਕ ਪ੍ਰਕਾਸ਼ ਨੂੰ ਦੇਖਦੇ ਹਾਂ, ਉਹਦੇ ਵਿੱਚ ਵੀ ਬਿਲਕੁਲ ਇਹੋ ਹੀ ਅਰਥ ਕੀਤੇ ਜਾ ਰਹੇ ਨੇ। ਭਾਵ ਅਰਥ ਜੋ ਨੇ ਸਾਰਿਆਂ ਦੇ ਇੱਕੋ ਨੇ ਕਿ ਉਹ ਪ੍ਰਮਾਤਮਾ ਜਿਹੜਾ, ਜਿਸ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਜੋ ਹੈ ਉਹ ਅਚਰਜ ਰੂਪ ਹੈ ਅਤੇ ਉਹ ਪ੍ਰਕਾਸ਼ ਗਿਆਨ ਕਰਨ ਵਾਲਾ ਹੈ, ਅੰਧੇਰੇ ਨੂੰ ਖਾ ਜਾਣ ਵਾਲਾ ਹੈ, ਅੰਧਕਾਰ ਨੂੰ ਮਿਟਾਉਣ ਵਾਲਾ ਹੈ, ਤੇ ਫਿਰ ਉਹ ਬਹੁਤ ਖੂਬੀਆਂ ਦਾ ਮਾਲਕ ਹੈ, ਪ੍ਰਸ਼ੰਸਾਯੋਗ ਹੈ। ਹੁਣ ਜਦੋਂ ਇਸ ਅੱਖਰ ਨੂੰ ਅਸੀਂ ਆਮ ਕਰਕੇ ਦੇਖਦੇ ਹਾਂ ਤੇ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਤਿੰਨਾਂ ਸਰੂਪਾਂ ਦੇ ਅੰਦਰ, ਜਿਵੇਂ ਭਾਈ ਜੀ ਨੇ ਵੀ ਦੱਸਿਆ ਕਿ ਤਿੰਨਾਂ ਸਰੂਪਾਂ ਦੇ ਅੰਦਰ ਲੱਭਦਾ ਹੈ, ਲੇਕਿਨ ਕਈ ਜਗ੍ਹਾ ਦੇ ਉੱਤੇ ਨਾ ਅਲੱਗ-ਅਲੱਗ ਲਿਖਤਾਂ 'ਚ ਇਹਦਾ ਸਰੂਪ ਅਲੱਗ-ਅਲੱਗ ਕਰਕੇ ਵੀ ਹੈ। ਜਾਪ ਸਾਹਿਬ ਤੇ ਜਫਰਨਾਮਾ ਵਗੈਰਾ ਜਦੋਂ ਅਸੀਂ ਇਹਨਾਂ ਪੁਰਾਣੀਆਂ ਲਿਖਤਾਂ ਨੂੰ ਦੇਖਦੇ ਹਾਂ ਤੇ ਇੱਥੇ ਵਾਹ ਗੁਰੂ ਹੈ, ਬੱਬੇ ਨੂੰ ਕੰਨਾ, ਹਾ ਗੱਗੇ ਨੂੰ ਔਂਕੜ, ਰਾਰੇ ਨੂੰ ਦੁਲੰਕੜਾ, ਇਸ ਰੂਪ ਵਿੱਚ ਲੱਭਦਾ ਹੈ। ਇਸੇ ਤਰੀਕੇ ਨਾਲ ਗਿਆਨ ਰਤਨਾਵਲੀ, ਭਗਤ ਰਤਨਾਵਲੀ ਵਿੱਚ ਵੀ ਭਾਈ ਮਨੀ ਸਿੰਘ ਜੀ ਹਰ ਥਾਂ ਵਾਹ ਗੁਰੂ ਹੀ ਲਿਖਦੇ ਹਨ। ਫਿਰ ਸੰਮਤ 1882 ਵਿੱਚ ਬਣੇ ਸੁਨੀਤ ਪ੍ਰਕਾਸ਼ ਵਿੱਚ ਰਾਮ ਸਿੰਘ ਜੀ ਦੇ ਲੇਖ ਵਾਹ ਗੁਰੂ ਗੁਰਬਾਨੀ ਗਾਵੈ, ਉਮਗ ਸੁਮਗ ਸੁਰ ਉੱਚ ਅਲਾਵੈ। ਭਾਈ ਸੰਤੋਖ ਸਿੰਘ ਜੀ ਦੇ ਸੂਰਜ ਪ੍ਰਕਾਸ਼ ਵਿੱਚ ਵੀ ਇਹ ਜੋ ਹੈ ਮਹਿਮਾ ਪ੍ਰਕਾਸ਼ ਦੀ, ਉੱਥੇ ਵੀ ਸਿਮਰੋ ਵਾਹ ਗੁਰੂ ਗੁਰਵਾ ਆਉਂਦਾ ਹੈ। ਮਹਿਮਾ ਪ੍ਰਕਾਸ਼ ਵਿੱਚ ਹਰ ਕਥਾ ਦੇ ਅੰਤ ਪਾਠ ਹੈ ਵਾਹ ਗੁਰੂ ਮੁਖ ਕਰੋ ਉਚਾਰ, ਹੋ ਦਿਆਲ ਕਰ ਲੈ ਉਧਾਰ। ਜਦੋਂ ਅਸੀਂ ਭਾਈ ਗੁਰਦਾਸ ਜੀ ਨੂੰ ਦੇਖਦੇ ਹਾਂ ਤੇ ਉਹਦੇ ਵਿੱਚ ਵੀ ਦੋਵਾਂ ਤਰੀਕਾਂ ਦੇ ਨਾਲ ਇੱਕੋ ਪੰਕਤੀ ਸਾਨੂੰ ਅਲੱਗ-ਅਲੱਗ ਥਾਂ ਤੇ ਲਿਖੀ ਲੱਭਦੀ ਹੈ। ਜਿਵੇਂ ਗੁਰਮਤਿ ਮਾਰਦਾ ਵਿੱਚ ਅਸੀਂ ਦੇਖਾਂਗੇ ਤੇ ਨਾਲ ਗੁਰਮਤਿ ਸੁਧਾਕਰ ਦੇਖਾਂਗੇ ਭਾਈ ਕਾਹਨ ਸਿੰਘ ਜੀ ਨਾਭਾ ਦੀ, ਉਹੀਓ ਪ੍ਰਮਾਣ ਇੱਕ ਥਾਂ ਦੇ ਉੱਤੇ ਹਾਏ ਨੂੰ ਸਿਆਰੀ ਨਾਲ ਲਿਖੇ ਹੋਏ ਨੇ, ਦੂਜੀ ਥਾਂ ਦੇ ਉੱਤੇ ਜਿਹੜਾ ਉਹ ਸਿਆਰੀ ਤੋਂ ਬਿਨਾਂ ਲਿਖੇ ਹੋਏ ਨੇ। ਹੁਣ ਇਹ ਲਿਖਤੀ ਗਲਤੀਆਂ ਵੀ ਹੋ ਸਕਦੀਆਂ ਨੇ ਅਤੇ ਖਾਸ ਕਰਕੇ ਕਈ ਥਾਵਾਂ ਦੇ ਉੱਤੇ ਹੁਣ ਜਦੋਂ ਦੀ ਇਹ ਛਪਾਈ ਸ਼ੁਰੂ ਹੋਈ ਹੈ ਉੱਥੇ ਜਿਹੜੇ ਜਿਨ੍ਹਾਂ ਦੇ ਵਿੱਚ ਅਸੀਂ
ਸਿਆਰੀ ਤੋਂ ਬਿਨਾਂ ਦੇਖਦੇ ਉੱਥੇ ਸਿਆਰੀ ਵਾਲੇ ਵੀ ਲਿਖੇ ਹੋਏ ਆਉਂਦੇ ਨੇ, ਉਹੀਓ ਪ੍ਰਭੂ ਮਤਲਬ ਉਸ ਤਰ੍ਹਾਂ ਵੀ ਲਿਖੇ ਹੋਏ ਨੇ। ਲੇਕਿਨ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਗੱਲ ਜੋ ਸਪਸ਼ਟ ਕਰਕੇ ਸਾਨੂੰ ਲਿਖੀ ਹੈ ਕਿ ਇਸ ਨੂੰ ਵਾਹਿਗੁਰੂ ਤੇ ਵਾਹਿਗੁਰੂ ਦੋਵੇਂ ਰੂਪਾਂ ਦੇ ਵਿੱਚ ਮਤਲਬ ਦੋਵਾਂ ਤਰੀਕਿਆਂ ਦੇ ਨਾਲ ਅਸੀਂ ਪ੍ਰੋਨਾਂਸੀਏਟ ਕਰ ਸਕਦੇ ਹਾਂ, ਬੋਲ ਸਕਦੇ ਹਾਂ। ਵਾਹਿਗੁਰੂ ਕਹਿਣਾ ਵੀ ਉਚਿਤ ਹੈ, ਵਾਹਿਗੁਰੂ ਵੀ ਕਹਿਣਾ ਉਚਿਤ ਹੈ। ਹੁਣ ਸਿਰਫ ਮੈਂ ਇੱਕ ਕਹਾਂ ਕਿ ਸਾਨੂੰ ਅਰਥ ਭਾਵ ਨੇ ਉਹਨਾਂ ਨੂੰ ਆਪਣੀ ਸੋਚ ਤੇ ਸੁਰਤੀ ਦੇ ਅੰਦਰ ਰੱਖਣਾ ਕਿ ਜਦੋਂ ਸਾਡੇ ਮੁਖ ਦੇ ਵਿੱਚੋਂ ਵਾਹਿਗੁਰੂ ਜਾਂ ਵਾਹਿਗੁਰੂ ਹੈ ਤੇ ਜੋ ਅਚਰਜਤਾ ਉਸ ਪ੍ਰਭੂ ਪਰਮਾਤਮਾ ਦੀ, ਜੋ ਉਸ ਪਰਮਾਤਮਾ ਦੀ ਤਾਰੀਫ ਦੇ ਅੰਦਰ ਇਹਨਾਂ ਅੱਖਰਾਂ ਦੇ ਅੰਦਰ ਹੈ, ਉਹ ਸਾਡੇ ਖਿਆਲ ਦੇ ਅੰਦਰ ਆਉਣੀ ਚਾਹੀਦੀ। ਬੋਲਣ ਵਿੱਚ ਮੈਂ ਆਪਣੀ 50 ਸਾਲ ਦੀ ਉਮਰ ਦੇ ਅੰਦਰ ਤਕਰੀਬਨ 98% ਲੋਕਾਂ ਦੇ ਕੋਲੋਂ ਵਾਹਿਗੁਰੂ ਹੀ ਸ਼ਬਦ ਸੁਣਿਆ ਹੈ। ਮਤਲਬ ਅਗਰ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੇਲੇ 10 ਸਾਲ ਦੀ ਉਮਰ ਦੇ ਵਿੱਚ ਕਿਸੇ 70 ਸਾਲ ਦੇ ਬਜ਼ੁਰਗ ਤੋਂ ਸੁਣਿਆ ਹੋਵੇਗਾ, ਉਹ ਵਾਹਿਗੁਰੂ ਬੋਲਦੇ ਸਨ। ਹੁਣ ਕਈ ਵਾਰ ਐਸਾ ਹੁੰਦਾ ਹੈ ਕਿ ਇਹ ਮਸਲੇ ਸਾਡੇ ਵਿੱਚ ਖੜੇ ਹੋ ਜਾਂਦੇ ਨੇ ਤੇ ਅਸੀਂ ਇਹਦੇ ਉੱਤੇ ਵੀ ਵੰਡੇ ਜਾਂਦੇ ਹਾਂ। ਤੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਇਸ ਗੱਲ ਦਾ ਸਾਨੂੰ ਇੱਕ ਨਿਰਣਾ ਕਰਕੇ ਦੇ ਦਿੱਤਾ ਕਿ ਅਸੀਂ ਵਾਹਿਗੁਰੂ ਕਹੀਏ ਜਾਂ ਵਾਹਿਗੁਰੂ ਕਹੀਏ, ਤੇ ਦੋਵੇਂ ਅੱਖਰ ਜੋ ਨੇ ਕਹਿਣੇ ਜਿਸ ਤਰ੍ਹਾਂ ਇਸ ਦੋਵੇਂ ਤਰੀਕੇ ਨਾਲ ਅਸੀਂ ਇਹਨੂੰ ਪ੍ਰੋਨਾਂਸੀਏਟ ਕਰ ਸਕਦੇ ਹਾਂ, ਬੋਲ ਸਕਦੇ ਹਾਂ। ਵਾਹਿਗੁਰੂ ਵੀ ਬੋਲ ਸਕਦੇ ਹਾਂ, ਵਾਹਿਗੁਰੂ ਵੀ ਬੋਲ ਸਕਦੇ ਹਾਂ। ਤੇ ਮੈਂ ਲਿਖਤੀ ਹਵਾਲਿਆਂ ਨਾਲ ਵੀ ਆਪ ਜੀ ਨਾਲ ਗੱਲ ਕੀਤੀ ਤੇ ਬੋਲਾਂ ਦੇ ਹਿਸਾਬ ਨਾਲ ਮੈਂ ਦੱਸਿਆ ਕਿ ਜੇਕਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ 10 ਸਾਲ ਦੀ ਉਮਰ, 8 ਸਾਲ ਦੀ ਉਮਰ ਵਿੱਚ ਕਿਸੇ 70, 75, 80 ਸਾਲ ਦੇ ਬਜ਼ੁਰਗ ਨੂੰ ਵੀ ਸੁਣਿਆ ਤੇ 95, 98% ਲੋਕੀ, 90% ਤੋਂ ਉੱਪਰ ਲੋਕੀ ਵਾਹਿਗੁਰੂ ਅੱਖਰ ਕਹਿੰਦੇ ਸਨ। ਤੇ ਸ਼ਾਇਦ ਉਹ ਜੋ ਇੱਕ ਪਰੰਪਰਾ ਬੋਲਣ ਦੀ ਆ ਰਹੀ ਸੀ ਉਹ ਕੈਰੀ ਆਨ ਹੁੰਦੀ ਰਹੀ, ਉਹ ਸਾਡੇ ਤੱਕ ਪਹੁੰਚੀ ਹੈ। ਇਸ ਕਰਕੇ ਅਸੀਂ ਇਸ ਮਸਲੇ ਨੂੰ ਜੇਕਰ ਕੋਈ ਵਾਹਿਗੁਰੂ ਬੋਲ ਰਿਹਾ ਹੈ ਉਹ ਵੀ ਦਰੁਸਤ ਹੈ, ਕੋਈ ਵਾਹਿਗੁਰੂ ਬੋਲ ਰਿਹਾ ਹੈ ਉਹ ਵੀ ਦਰੁਸਤ ਹੈ। ਇਹਦੇ ਉੱਤੇ ਝਗੜਾ ਨਹੀਂ ਹੋਣਾ ਚਾਹੀਦਾ। ਸਿਰਫ ਇਹਦੇ ਅੰਦਰ ਜੋ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਲਿਖੀ ਹੈ, ਜਦੋਂ ਸਾਡੇ ਮੂੰਹ ਚੋਂ ਇਹ ਅੱਖਰ ਨਿਕਲੇ ਉਦੋਂ ਸਾਡੀ ਸੁਰਤੀ ਦੇ ਅੰਦਰ ਉਹ ਸਿਫਤ ਜੋ ਹੈ ਹਰ ਹਾਲਤ ਵਿੱਚ ਪ੍ਰਕਾਸ਼ਮਾਨ ਹੋਣੀ ਚਾਹੀਦੀ ਹੈ। ਨਾ ਮਹਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪੱਤੇ ਦੀ ਗੱਲ ਕਹੀ ਹੈ ਵੀਰ ਮਨਮੋਹਨ ਸਿੰਘ ਜੀ ਨੇ ਕਿ ਗੱਲ ਤਾਂ ਅਰਥ ਭਾਵ ਦੀ ਹੈ। ਵਾਹਿਗੁਰੂ ਕਹੀਏ ਜਾਂ ਵਾਹਿਗੁਰੂ ਕਹੀਏ, ਸਾਡੇ ਮਨ ਵਿੱਚ ਉਹ ਅਚਰਜਤਾ ਹੋਣੀ ਚਾਹੀਦੀ ਹੈ, ਦੀ ਵੰਡਰਸ ਗੋਡ। ਤੋਂ ਬਹੁਤ ਵਧੀਆ ਗੱਲ ਆਪ ਜੀ ਨੇ ਨਿਰਣਾ ਕਰ ਦਿੱਤਾ। ਤੇ ਅਸਲ ਗੱਲ ਤਾਂ ਅਰਥ ਭਾਵ ਹੈ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਇਹ ਸੱਜੇ ਖੱਬੇ ਲਿਆਉਣ ਦੀ ਕੋਈ ਬਹੁਤੀ ਮਿਹਨਤ ਕਰਨ ਦੀ ਲੋੜ ਵੀ ਨਹੀਂ ਹੈ। ਪਰ ਫਿਰ ਵੀ ਚਲੋ ਜੇ ਮਨ ਚਾਹਵੇ ਤਾਂ ਇਹ ਪਲੇਟਫਾਰਮ ਇਸੇ ਲਈ ਹੈ ਕਿ ਮਨ ਦਾ ਕੋਈ ਸ਼ੰਕਾ ਨਾ ਰਹਿ ਜਾਏ, ਤਾਂ ਉਹ ਨਿਵਰਤ ਹੋਣਾ ਚਾਹੀਦਾ। ਵੀਰ ਜੀ ਨੇ ਬੜੇ ਅੱਛੇ ਢੰਗ ਦੇ ਨਾਲ ਨਿਵਰਤ ਕੀਤਾ। ਤੇ ਸਾਨੂੰ ਵਾਹਿਗੁਰੂ ਜਾਂ ਵਾਹਿਗੁਰੂ ਇਹ ਕੋਈ ਵੀ ਲਫ਼ਜ਼ ਜਿਹੜਾ ਜਿਸ ਤਰ੍ਹਾਂ ਵਰਤਿਆ ਜਾਂਦਾ ਉਹ ਠੀਕ ਹੈ। ਸਤਿਗੁਰੂ ਕਿਰਪਾ ਕਰਨ ਕਿ ਵਾਹਿਗੁਰੂ ਦਾ ਅਕਸ ਜ਼ਰੂਰ ਸਾਡੇ ਉਸ ਵੇਲੇ ਜ਼ਿਹਨ ਵਿੱਚ ਆਵੇ। ਇਹ ਸਤਿਗੁਰੂ ਜੀ ਦੀ ਕਿਰਪਾ ਹੋ। ਤਾਂ ਧੰਨਵਾਦ ਸਾਹਿਬ ਮਨਮੋਹਨ ਸਿੰਘ ਜੀ ਆਪ ਜੀ ਦਾ।